सतनाम श्री वाहेगुरु साहिब जी। ज्यों बुलावहें त्यों बोलें स्वामी, कुदरत कब न हमारी। साध संग नानक जस गायो, जो प्रभ की अत प्यारी। मत सुमत तेरै वस स्वामी, हम जंत तू पुरख जंतैनी। जन नानक के प्रभ करते स्वामी, ज्यों भावै तिवें बुलैनी। सो कहो टल गुर सेवियै, अहनिस सहज सुभाए। दर्शन परसैं गुरु कै, जन्म मरण दुख जाए। सतनाम श्री वाहेगुरु साहिब जी। तनासरी महला पहला, कार दूजा अष्टपदिया। एक ओंकार सतगुर प्रसाद। गुर सागर रतनी भरपूरे, अमृत संत चुग है नहीं दूरे। गुर सागर रतनी भरपूरे, अमृत संत चुग है नहीं दूरे। हर रस चोग चुग है प्रभ भावै, सरवर मह हंस प्राण पत पावै। क्या बग बपड़ा छपड़ी नहाए, कीचड़ डूबै मैल ना जाए। क्या बग बपड़ा छपड़ी नहाए, कीचड़ डूबै मैल ना जाए। वाहिगुरु जी का खालसा, वाहिगुरु जी की फतेह। सरवरे कायनात हस्तीए मुकद्दस दसां पातशाहियां दी आत्मिक जोत, चवर छतर तखत दे मालिक, जुगो जुग अटल। धन धन श्री गुरु ग्रंथ साहिब जी महाराज जी दी पावन मुकद्दस गोद अंदर हाजरीन गुरु प्यारी साध संगत जीओ, गुर फतेह प्रवान करो जी। वाहिगुरु जी का खालसा, वाहिगुरु जी की फतेह। गुरु प्यारी साध संगत जीओ,
ਸਤਿਗੁਰੂ ਜੀ ਦੀ ਪਾਵਨ ਨਜ਼ਰੇ ਰਹਿਮਤ ਦੇ ਸਦਕਾ ਆਪ ਜੀ ਨੇ ਦੂਰ ਦੁਰਾਡੇ ਤੋਂ ਚੱਲ ਕੇ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕੀਤੇ ਨੇ। ਬੜੀ ਇਕਾਗਰਤਾ ਬੜੀ ਭਾਵਨਾ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਜੁੜ ਕੇ ਬੈਠੇ ਹੋ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਇਸ ਪਾਵਨ ਸਥਾਨ ਦੀ ਪਾਵਨ ਪਰੰਪਰਾ ਦੇ ਅਨੁਸਾਰ ਅੱਜ ਦੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਨੇ ਗਿਆਨੀ ਬਲਵੰਤ ਸਿੰਘ ਜੀ ਦੇ ਪਾਸੋਂ ਮੁੱਢਲਾ ਪਾਠ ਸਰਵਣ ਕੀਤਾ। ਅੱਜ ਦਾ ਇਹ ਪਾਵਨ ਸ਼ਬਦ ਜ਼ਾਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੈ। ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 685 ਦੇ ਉੱਪਰ ਸੁਭਾਏਮਾਨ ਕੀਤੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰੱਬੀ ਸ਼ਖਸੀਅਤ ਦੇ ਪਰਥਾਏ ਭਾਈ ਨੰਦ ਲਾਲ ਜੀ ਦੇ ਬੜੇ ਪਿਆਰੇ ਪਾਕ ਬੋਲ ਨੇ। ਉਹ ਕਹਿੰਦੇ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਜੀ ਨੇ ਸੰਸਾਰ ਦੇ ਉੱਤੇ ਆਉਣਾ ਸੀ, ਮਹਾਰਾਜ ਜੀ ਦੇ ਸੰਸਾਰ ਦੇ ਉੱਤੇ ਆਉਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਬੁਲਾਇਆ। ਜਿਸ ਮਕਸਦ ਦੇ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੰਸਾਰ ਤੇ ਭੇਜਣਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਉਹ ਮਕਸਦ ਗੁਰੂ ਨਾਨਕ ਸਾਹਿਬ ਜੀ ਨੂੰ ਦ੍ਰਿੜ ਕਰਵਾਇਆ ਤੇ ਆਖਿਆ, ਐ ਨਾਨਕ, ਸੰਸਾਰ ਦੇ ਲੋਕ ਮੇਰੇ ਨਾਮ ਨੂੰ ਭੁੱਲ ਕੇ ਖੁਆਰ ਹੋ ਰਹੇ ਨੇ। ਮੈਂ ਤੈਨੂੰ ਸੰਸਾਰ ਤੇ ਭੇਜਣ ਲੱਗਾ ਹੈ ਤੇ ਦੁਨੀਆ ਤੇ ਜਾ ਕੇ ਤੂੰ ਦੁਨੀਆ ਦੇ ਲੋਕਾਂ ਨੂੰ ਇਹ ਵਿਚਾਰ ਦ੍ਰਿੜ ਕਰਵਾਉਣੀ ਹੈ ਕਿ ਜੇ ਮਨੁੱਖਤਾ ਦੇ ਕੋਲ ਮੇਰਾ ਨਾਮ ਨਾ ਹੋਵੇ, ਸੰਸਾਰ ਦੀ ਕੀਮਤ ਇੱਕ ਜਵਾਂ ਦੇ ਦਾਣੇ ਜਿੰਨੀ ਵੀ ਨਹੀਂ। ਮੈਂ ਫਿਰ ਦੁਹਰਾਓ ਕਰਾਂ ਜੀ। ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਵੀ ਨਾਨਕ ਤੂੰ ਸੰਸਾਰ ਤੇ ਜਾ, ਦੁਨੀਆ ਦੇ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕਰ ਵੀ ਮੇਰੇ ਨਾਮ ਤੋਂ ਬਿਨਾਂ ਦੁਨੀਆ ਦੀ ਕੀਮਤ ਜਵਾਂ ਦੇ ਦਾਣੇ ਜਿੰਨੀ ਵੀ ਨਹੀਂ। ਉਹਨਾਂ ਨੇ ਇੱਥੇ ਪਾਵਨ ਸ਼ਬਦ ਲਿਖਿਆ, ਰਾਹੇ ਜ਼ਿਕਰਮ ਬਾ ਆਲਮੇ ਬੇਨੁਮਾ ਬਾ ਹਮਹਾ ਸੌਜ਼ ਵਸਫੇ ਮਨ ਗੋਇਆ ਗਿਰਦੇ ਆਲਮ ਬਰ ਆਵਾ ਹਾਦੀ ਸ਼ੌ ਕਿ ਜਹਾਂ ਗੈਰੇ ਮਨ ਨਿਰਜ਼ਦ ਜਾਉ। ਸੰਸਾਰ ਦੇ ਲੋਕਾਂ ਨੂੰ ਨਾਮ ਜਪਾਉਣ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਆਏ। ਸਾਰੇ ਸੰਸਾਰ ਦਾ ਪ੍ਰਚਾਰ ਦੌਰਾ ਕਰਕੇ ਭੁੱਲੇ ਭਟਕਿਆਂ ਨੂੰ ਮੇਰੇ ਪਾਤਸ਼ਾਹ ਜੀ ਨੇ ਸਿੱਧੇ ਰਸਤੇ ਤੇ ਪਾਇਆ ਤੇ ਸਿੱਧੇ ਰਸਤੇ ਤੇ ਪਾਉਣ ਵਾਸਤੇ ਗੁਰਮੁਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਸਭ ਤੋਂ ਵੱਡਾ ਸਾਧਨ ਹੈ ਪਾਵਨ ਗੁਰਬਾਣੀ। ਗੁਰਬਾਣੀ ਦਾ ਪਾਠ ਮਹਾਰਾਜ ਕਰਦੇ ਰਹੇ, ਗੁਰਬਾਣੀ ਦਾ ਕੀਰਤਨ ਕਰਦੇ ਰਹੇ। ਸੁਣਨ ਵਾਲਿਆਂ ਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੁੰਦੀ ਰਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹਰ ਥਾਂ ਤੇ ਜਾ ਕੇ ਸ਼ਬਦ ਦੀ ਪ੍ਰਧਾਨਤਾ ਦੀ ਗੱਲ ਕੀਤੀ। ਜਿਹੜੇ ਬੇਅੰਤ ਬਚਨ ਉਚਾਰਨ ਕੀਤੀ, ਉਹਨਾਂ ਦੇ ਵਿੱਚੋਂ ਅਸੀਂ ਅੱਜ ਦਾ ਪਾਵਨ ਸ਼ਬਦ ਸਰਵਣ ਕਰਨਾ ਹੈ। ਔਰ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜਿਹੜੀ ਰਹਾਉ ਵਾਲੀ ਪੰਕਤੀ ਹੈ, ਉਸ ਪੰਕਤੀ ਦੇ ਵਿੱਚ ਮਹਾਰਾਜ ਜੀ ਨੇ ਦ੍ਰਿੜ ਕਰਵਾਇਆ ਕਿ ਗੁਰੂ ਕੇ ਸਿਖਾ, ਗੁਰੂ ਨੂੰ ਛੱਡ ਕੇ ਜੇ ਤੂੰ ਕਿਸੇ ਹੋਰ ਪਾਸੇ ਜਾਣ ਦਾ ਯਤਨ ਕਰੇਗਾ, ਸੱਚ ਜਾਣੀ ਤੇਰੇ ਪੱਲੇ ਕੇਵਲ ਨਿਰਾਸ਼ਾ ਪਏਗੀ, ਚਿੱਕੜ ਦੇ ਵਿੱਚ ਡੁੱਬ ਜਾਏਗਾ, ਮੈਲ ਲੱਗ ਜਾਏਗੀ, ਪਰ ਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ। ਸਮੁੱਚਾ ਸ਼ਬਦ ਆਪਾਂ ਸਰਵਣ ਕਰਨਾ ਹੈ। ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਦੋ ਕਿਰਦਾਰ ਲਏ ਨੇ। ਇੱਕ ਹੈ ਗੁਰਮੁਖ ਦਾ ਕਿਰਦਾਰ
ਤੇ ਦੂਸਰਾ ਹੈ ਮਨਮੁਖ ਵਾਲੀ ਬਿਰਤੀ ਦਾ ਕਿਰਦਾਰ। ਮਹਾਰਾਜ ਜੀ ਨੇ ਇੱਥੇ ਇੱਕ ਪ੍ਰਤੀਕ ਵਰਤਿਆ। ਸਾਹਿਬ ਜੀ ਨੇ ਹੰਸ ਸ਼ਬਦ ਵਰਤਿਆ, ਬਗਲਾ ਸ਼ਬਦ ਵਰਤਿਆ। ਗੁਰੂ ਨਾਨਕ ਸਾਹਿਬ ਦਾ ਇੱਕ ਸਮਝਾਉਣ ਦਾ ਤਰੀਕਾ ਹੈ। ਉਹਨਾਂ ਨੇ ਹੰਸ ਦੀ ਵਰਤੋਂ ਕੀਤੀ ਹੈ ਗੁਰਮੁਖ ਦੇ ਪਰਥਾਏ, ਤੇ ਮਨਮੁਖ ਦੇ ਪਰਥਾਏ ਮਹਾਰਾਜ ਜੀ ਨੇ ਬਗਲਾ ਸ਼ਬਦ ਵਰਤਿਆ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕੀਤਾ ਹੈ। ਸੁਰ ਤਾਲ ਦੇ ਦੂਸਰੇ ਘਰ ਦੇ ਵਿੱਚ ਮਹਾਰਾਜ ਜੀ ਗਾਉਣ ਦੀ ਹਦਾਇਤ ਬਖਸ਼ਿਸ਼ ਕਰਦੇ ਨੇ। ਇਸ ਪਾਵਨ ਸ਼ਬਦ ਦੇ 8 ਪਦੇ ਹਨ। ਇਸ ਵਾਸਤੇ ਮਹਾਰਾਜ ਜੀ ਨੇ ਅਸ਼ਟਪਦੀ ਦੇ ਰੂਪ ਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ। ਸ਼ਬਦ ਦੇ ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਜਿਹਦਾ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ ਔਰ ਸੱਚੇ ਗੁਰੂ ਦੀ ਸਦਾ ਰਹਿਣ ਵਾਲੇ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਜੀ। ਗੁਰ ਸਾਗਰ ਰਤਨੀ ਭਰਪੂਰੇ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਗੁਰੂ ਹੈ ਉਹ ਮਾਨੋ ਸਮੁੰਦਰ ਹੈ, ਔਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਤਨਾਂ ਦੇ ਵਾਂਗ ਹੈ, ਤੇ ਗੁਰੂ ਜਿਹੜਾ ਹੈ ਉਹ ਨਾਮ ਰੂਪੀ ਰਤਨਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਗੁਰੂ ਦੀ ਵਡਿਆਈ ਕਰਦਿਆਂ ਬਹੁਤ ਸਾਰੇ ਬਚਨ ਸਾਡੀ ਝੋਲੀ ਦੇ ਵਿੱਚ ਪਾਏ। ਮਹਾਰਾਜ ਜੀ ਨੇ ਕਿਤੇ ਇਹ ਆਖਿਆ ਹੈ, ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੈ ਜਿਤ ਵਡਿਆਈ। ਵੀ ਗੁਰੂ ਸਮੁੰਦਰ ਹੈ, ਸਿੱਖ ਨਦੀ ਦੇ ਵਾਂਗ ਨੇ, ਜਿਹੜੀ ਸਮੁੰਦਰ ਦੇ ਵਿੱਚ ਮਿਲ ਕੇ ਆਪਣਾ ਆਪ ਗਵਾ ਦਿੰਦੀ ਹੈ। ਕਿਤੇ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਆਖਿਆ ਵੀ ਜਿਹੜਾ ਗੁਰੂ ਹੈ ਉਹ ਕੁੰਜੀ ਬਰਦਾਰ ਹੈ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਮਹਾਰਾਜ ਕਹਿੰਦੇ ਬੰਦੇ ਦਾ ਜਿਹੜਾ ਮਨ ਹੈ ਕੋਠੇ ਦੇ ਵਾਂਗ ਹੈ, ਸਰੀਰ ਛੱਤ ਦੇ ਵਾਂਗ ਹੈ, ਤੇ ਮਾਇਆ ਦੀ ਪਾਹ ਦੀ ਇਹਨੂੰ ਕੁੰਜੀ ਲੱਗੀ ਹੋਈ ਹੈ, ਜਿੰਦਰਾ ਵੱਜਾ ਹੋਇਆ ਹੈ। ਪੁਰਾਣੇ ਜ਼ਮਾਨਿਆਂ ਦੇ ਵਿੱਚ ਪਸ਼ੂਆਂ ਦੇ ਪੈਰਾਂ ਵਿੱਚ ਜਿੰਦਰੇ ਮਾਰੇ ਜਾਂਦੇ ਸਨ। ਮਹਾਰਾਜ ਕਹਿੰਦੇ ਮਨੁੱਖ ਪਸ਼ੂਆਂ ਦੇ ਵਾਂਗੂ ਜੀਵਨ ਬਤੀਤ ਕਰਦਾ ਹੈ। ਮਾਇਆ ਦੀ ਪਾਹ ਲੱਗੀ ਹੋਈ, ਇਹਨੂੰ ਜਿੰਦਰਾ ਵੱਜਾ ਹੋਇਆ ਹੈ, ਤੇ ਚਾਬੀ ਗੁਰੂ ਦੇ ਕੋਲ ਹੈ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਤੇ ਇੱਕ ਥਾਂ ਤੇ ਮੇਰੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਆਖਿਆ ਵੀ ਗੁਰੂ ਜਿਹੜਾ ਉਹ ਸਰਾਫ ਹੈ। ਆਪ ਵਿਚਾਰੇ ਸੋ ਪਰਖੇ ਹੀਰਾ। ਏਕ ਦ੍ਰਿਸ਼ਟ ਤਾਰੇ ਗੁਰਪੂਰਾ। ਐਸਾ ਸ਼ਾਹ ਸਰਾਫੀ ਕਰੇ ਸਾਚੀ ਨਦਰ ਏਕ ਲਿਵ ਤਰੇ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਹ ਬਚਨ ਵੀ ਆਖਿਆ ਵੀ ਜਿਹੜਾ ਗੁਰੂ ਹੈ ਉਹ ਸੰਤੋਖ ਦਾ ਰੁੱਖ ਹੈ। ਨਾਨਕ ਗੁਰ ਸੰਤੋਖ ਰੁੱਖ। ਧਰਮ ਫੁੱਲ ਫਲ ਗਿਆਨ। ਗੁਰੂ ਸੰਤੋਖ ਦਾ ਰੁੱਖ ਹੈ, ਤੇ ਉਹਨੂੰ ਧਰਮ ਦੇ ਫੁੱਲ ਲੱਗਦੇ ਨੇ ਤੇ ਗਿਆਨ ਦਾ ਫਲ ਲੱਗਦਾ ਹੈ। ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ। ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ। ਸੋਇਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇਹਰ ਲਾਲ। ਤਿਤ ਫਲ ਰਤਨ ਲਗੈ ਮੁਖ ਭਾਖਿਤ ਹਿਰਦੈ ਹਿਰਦੈ ਨਿਹਾਲ। ਗੁਰੂ ਨੂੰ ਮਹਾਰਾਜ ਜੀ ਨੇ ਸੋਨੇ ਦਾ ਸੋਨਾ ਵੀ ਆਖਿਆ, ਤੇ ਜਿਹੜੇ ਗੁਰੂ ਦੇ ਬਚਨ ਨੇ ਮਹਾਰਾਜ ਕਹਿੰਦੇ ਉਹ ਸੋਨੇ ਦੇ ਪੱਤਰਿਆਂ ਦੇ ਵਾਂਗ ਨੇ। ਖੈਰ ਮੈਂ ਅਰਜ਼ ਕਰਾਂ, ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਜਿਹੜਾ ਗੁਰੂ ਹੈ ਉਹ ਸਮੁੰਦਰ ਦੇ ਵਾਂਗ ਹੈ, ਸਾਗਰ ਦੇ ਵਾਂਗ ਹੈ, ਰਤਨਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੈ। ਪਾਵਨ ਬਾਣੀ ਨੂੰ ਪੜ੍ਹੀਏ ਗੁਰਮੁਖੋ।
ਬਾਣੀ ਦੀ ਤਸ਼ਬੀਹ ਮਹਾਰਾਜ ਜੀ ਨੇ ਹੀਰਿਆਂ ਮੋਤੀਆਂ ਜਵਾਹਰਾਤਾਂ ਦੇ ਨਾਲ ਦਿੱਤੀ ਹੈ। ਤੇ ਸਿੱਖ ਨੂੰ ਮਹਾਰਾਜ ਜੀ ਨੇ ਆਖਿਆ ਵੀ ਸਿੱਖ ਹੰਸ ਬਣ ਕੇ ਗੁਰੂ ਦੀ ਪਾਵਨ ਬਾਣੀ ਦੇ ਵਿੱਚ ਟੁੱਬੀ ਮਾਰ ਕੇ ਇਸ਼ਨਾਨ ਕਰੇ, ਸਤਿਗੁਰੂ ਜੀ ਦੇ ਕੀਮਤ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲਾ ਕਰੇ। ਬੜੇ ਬਚਨ ਨੇ ਪਾਵਨ ਬਾਣੀ ਵਿੱਚ, ਜਿੱਥੇ ਮਹਾਰਾਜ ਜੀ ਨੇ ਗੁਰਬਾਣੀ ਨੂੰ ਹੀਰਿਆਂ ਰਤਨਾਂ ਦੇ ਨਾਲ ਤਸ਼ਬੀਹ ਬਖਸ਼ਿਸ਼ ਕੀਤੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨੀ ਹੱਥ ਚੜਿਆ ਰਾਮ। ਜਿਹੜੇ ਬਾਣੀ ਨਾਲ ਜੁੜ ਜਾਂਦੇ ਨੇ, ਮਹਾਰਾਜ ਕਹਿੰਦੇ ਉਹਨਾਂ ਦੇ ਹੱਥ ਵਿੱਚ ਹੀਰਾ ਰਤਨ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਇੱਕ ਮਹਾਰਾਜ ਦਾ ਬਚਨ ਹੈ, ਅੰਮ੍ਰਿਤ ਨੀਰ ਗਿਆਨ ਮਨ ਮੱਜਨ 68 ਤੀਰਥ ਸੰਗ ਗਹੇ, ਗੁਰ ਉਪਦੇਸ਼ ਜਵੇਹਰ ਮਾਣਕ ਸੇਵੇ ਸਿੱਖ ਸੋ ਖੋਜ ਲਹੈ। ਜਿਹੜਾ ਗੁਰੂ ਦਾ ਬਚਨ ਹੈ ਉਹ ਜਵਾਹਰਾਤਾਂ ਦੇ ਵਾਂਗ ਹੀਰਿਆਂ ਦੇ ਵਾਂਗ ਹੈ। ਗੁਰੂ ਹੀਰਿਆਂ ਮੋਤੀਆਂ ਦੇ ਸਮੁੰਦਰ ਨਾਲ ਭਰਿਆ ਹੋਇਆ ਹੈ ਤੇ ਭਾਵਨਾ ਵਾਲੇ ਸਿੱਖ ਉਹਦੇ ਵਿੱਚ ਟੁੱਬੀ ਲਾ ਕੇ ਰਤਨਾਂ ਨੂੰ ਹੀਰਿਆਂ ਨੂੰ ਮਹਾਰਾਜ ਕਹਿੰਦੇ ਪ੍ਰਾਪਤ ਕਰ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਜੀਵਨ ਪੜ੍ਹੀਏ ਤੇ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਉਦਾਹਰਨਾਂ ਮਿਲਦੀਆਂ ਨੇ ਵੀ ਗੁਰੂ ਕੇ ਸਿੱਖਾ ਗੁਰੂ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚੋਂ ਘਟਨਾਵਾਂ ਆਪ ਵਰਤਾਈਆਂ, ਆਪ ਕਲਾ ਵਰਤਾਈ ਤੇ ਸਾਡੇ ਸਾਹਮਣੇ ਇਹ ਪੂਰਨੇ ਪਾਏ ਵੀ ਗੁਰੂ ਕੇ ਸਿੱਖਾ ਜੇ ਕੱਲ ਨੂੰ ਤੇਰੇ ਸਾਹਮਣੇ ਕੋਈ ਦੁਨਿਆਵੀ ਹੀਰਿਆਂ ਦਾ ਮੋਤੀਆਂ ਦਾ ਲਾਲਚ ਦੇ ਕੇ ਤੈਨੂੰ ਤੇਰੇ ਧਰਮ ਤੋਂ ਡਲਾਉਣ ਦਾ ਯਤਨ ਕਰੇ ਤੇ ਸਭ ਤੋਂ ਪਹਿਲਾਂ ਤੂੰ ਗੁਰੂ ਦੀ ਪਾਵਨ ਬਾਣੀ ਪੜ੍ਹੀ, ਫਿਰ ਗੁਰੂ ਦਾ ਇਤਿਹਾਸ ਪੜ੍ਹੀ। ਇਹ ਗੱਲ ਤੇਰੀ ਸਮਝ ਵਿੱਚ ਆਏਗੀ ਕਿ ਗੁਰੂ ਦੀ ਪਾਵਨ ਬਾਣੀ, ਗੁਰੂ ਦੇ ਬਚਨ ਦੁਨੀਆ ਦੇ ਹੀਰਿਆਂ ਦੇ ਨਾਲੋਂ ਵੀ ਕੀਮਤੀ ਨੇ। ਜਿਹਦੇ ਕੋਲ ਬਾਣੀ ਦਾ ਖਜ਼ਾਨਾ ਆ ਜਾਏ ਉਹ ਫਿਰ ਦੁਨਿਆਵੀ ਇਹਨਾਂ ਪਦਾਰਥਾਂ ਦੇ ਪਿੱਛੇ ਦੌੜਦਾ ਨਹੀਂ, ਕਿਉਂਕਿ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕੀਤਾ ਹੈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦਾ ਸਿੱਖ ਆਪਣੇ ਗੁਰੂ ਦੇ ਬਚਨਾਂ ਨੂੰ ਪਿਆਰ ਨਾਲ ਸਰਵਣ ਕਰ ਲਵੇ, ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਵੇ ਤੇ ਮਹਾਰਾਜ ਕਹਿਣ ਲੱਗੇ ਸਮਝ ਲਓ ਉਹਦੇ ਮਨ ਵਿੱਚ ਮੋਤੀ ਆ ਗਏ, ਹੀਰੇ ਆ ਗਏ, ਜਵਾਹਰਾਤ ਉਹਦੇ ਅੰਦਰ ਪੈਦਾ ਹੋ ਗਏ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਸੁਮੇਰ ਪਰਬਤ ਦੀ ਧਰਤੀ ਤੇ ਗਏ। ਸਿੱਧ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਿਚਾਰ ਕਰਨ ਵਾਸਤੇ ਆਏ। ਬਾਬਾ ਨਾਨਕ ਜੀ ਦੇ ਜੀਵਨ ਦੇ ਦੌਰਾਨ ਕਈ ਵਾਰਾਂ ਸਿੱਧਾਂ ਨੇ ਮਹਾਰਾਜ ਜੀ ਨਾਲ ਵਿਚਾਰ ਕੀਤੀ, ਉੱਥੇ ਵੀ ਵਿਚਾਰ ਕਰਨ ਵਾਸਤੇ ਆਏ। ਬੜੀ ਲੰਮੀ ਚੌੜੀ ਗੋਸ਼ਟੀ ਹੋਈ, ਵਿਚਾਰ ਹੋਈ। ਜਦੋਂ ਬਾਬਾ ਨਾਨਕ ਜੀ ਦੇ ਸਾਹਮਣੇ ਉਹਨਾਂ ਨੂੰ ਕੋਈ ਵਿਚਾਰ ਔੜਿਆ ਨਾ, ਕੋਈ ਗੱਲ ਉਹਨਾਂ ਨੂੰ ਲੱਭੀ ਨਾ, ਫਿਰ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਗੁਰੂ ਨਾਨਕ ਮਹਾਰਾਜ ਵਰਗਾ ਮਹਾਨ ਮਹਾਂਪੁਰਖ ਜੇ ਕਿਤੇ ਜੋਗੀ ਬਣ ਜਾਏ ਤੇ ਸਾਡੇ ਧਰਮ ਦਾ ਪ੍ਰਚਾਰ ਬਹੁਤ ਹੋਵੇਗਾ। ਉਹਨਾਂ ਦੇ ਮਨ 'ਚ ਖਿਆਲ ਸੀ ਵੀ ਅਸੀਂ ਤੇ ਪਰਬਤਾਂ 'ਤੇ ਬੈਠੇ ਰਹਿੰਦੇ ਹਾਂ, ਬਾਬੇ ਨਾਨਕ ਨੇ ਸਾਰੇ ਸੰਸਾਰ ਦੇ ਵਿੱਚ ਜਾਣਾ ਹੈ। ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀ ਬਣਾ ਲਈਏ ਤੇ ਹੋ ਸਕਦਾ ਹੈ ਸਾਡੇ ਜੋਗ ਮਤ ਦਾ ਬੋਲਬਾਲਾ ਸਾਰੇ ਸੰਸਾਰ ਦੇ ਵਿੱਚ ਹੋ ਜਾਏ ਤੇ ਕਿਸੇ ਨੂੰ ਆਪਣੇ ਪ੍ਰਭਾਵ ਥੱਲੇ ਲਿਆਉਣ ਦੇ ਵਾਸਤੇ ਜੋਗੀ ਲੋਕ ਕਰਾਮਾਤਾਂ ਵਿਖਾਇਆ ਕਰਦੇ ਸਨ। ਮਨੁੱਖ ਦਾ ਇੱਕ ਸੁਭਾਅ ਹੈ ਕਿ ਉਹ ਕਰਾਮਾਤ ਤੋਂ ਬੜੀ ਜਲਦੀ ਪ੍ਰਭਾਵਿਤ ਹੁੰਦਾ ਹੈ। ਅੱਜ ਵੀ ਇਸ ਤਰ੍ਹਾਂ ਹੁੰਦਾ ਹੈ ਜੀ। ਝੂਠੀਆਂ ਕਰਾਮਾਤਾਂ ਦਾ ਸਹਾਰਾ ਲੈ ਕੇ ਅੱਜ ਵੀ ਸਾਨੂੰ ਆਪਣੇ ਧਰਮ ਤੋਂ ਤੋੜਿਆ ਜਾ ਰਿਹਾ ਹੈ ਤੇ ਕਰਾਮਾਤਾਂ ਦੇ ਝਾਂਸੇ ਵਿੱਚ ਅਸੀਂ ਅੱਜ ਵੀ ਆ ਜਾਂਦੇ ਹਾਂ। ਜੋਗੀ ਲੋਕਾਂ ਨੇ ਬਾਬਾ ਨਾਨਕ ਜੀ ਤੇ ਆਪਣਾ ਪ੍ਰਭਾਵ ਪਾਉਣ ਵਾਸਤੇ ਆਖਿਆ, ਨਾਨਕ ਸਾਨੂੰ ਪਿਆਸ ਲੱਗੀ ਹੈ ਤੇ ਸਾਹਮਣੇ ਇੱਕ ਤਲਾਬ ਹੈ ਤੇ ਉਹਦੇ ਵਿੱਚੋਂ ਤੂੰ ਸਾਨੂੰ ਜਲ ਲਿਆ ਕੇ ਛਕਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਲ ਲੈਣ ਵਾਸਤੇ ਗਏ ਤੇ ਮਹਾਰਾਜ ਜੀ ਨੇ ਵੇਖਿਆ ਵੀ ਜੋਗੀਆਂ ਨੇ ਆਪਣੀ ਕਰਾਮਾਤ ਦੇ ਨਾਲ
ਤਲਾਬ ਦੇ ਵਿੱਚ ਹੀਰੇ ਮੋਤੀ ਪੈਦਾ ਕਰ ਦਿੱਤੇ, ਜਲ ਮੁਕਾ ਦਿੱਤਾ। ਮਹਾਰਾਜ ਜੀ ਨੇ ਵੇਖਿਆ ਵੀ ਸਾਰਾ ਤਲਾਬ ਹੀਰਿਆਂ ਨਾਲ ਭਰਿਆ ਪਿਆ ਹੈ, ਮੋਤੀਆਂ ਦੇ ਨਾਲ ਭਰਿਆ ਪਿਆ ਹੈ, ਤੇ ਜਾਣੀ ਜਾਣ ਪਾਤਸ਼ਾਹ ਸਮਝ ਗਏ ਵੀ ਉਹਨਾਂ ਨੂੰ ਇਹ ਗੁੰਮਰਾਹ ਕਰਨ ਵਾਸਤੇ ਇੱਕ ਜਾਲ ਪਾਇਆ ਗਿਆ ਹੈ। ਮਹਾਰਾਜ ਜੀ ਬੜੇ ਆਰਾਮ ਨਾਲ ਵਾਪਸ ਆਏ ਤੇ ਕੇਵਲ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਜੋਗੀ ਜੀ ਤਲਾਬ ਦੇ ਵਿੱਚ ਪਾਣੀ ਨਹੀਂ ਸੀ। ਭਾਈ ਗੁਰਦਾਸ ਜੀ ਨੇ ਉੱਥੇ ਸਾਰੀ ਵਾਰਤਾ ਨੂੰ ਬੜੇ ਪਿਆਰ ਨਾਲ ਲਿਖੀ ਹੈ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੋ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਸ ਤਾਲਾ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਫਿਰ ਆਇਆ ਗੁਰਨਾਥ ਜੀ ਪਾਣੀ ਠੋੜ ਨਹੀਂ ਉਸ ਤਾਲਾ। ਤੇ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਮਹਾਰਾਜ ਜੀ ਨੂੰ ਹੀਰਿਆਂ ਮੋਤੀਆਂ ਦਾ ਲਾਲਚ ਦੇ ਕੇ ਡਲਾਉਣ ਦਾ ਯਤਨ ਕੀਤਾ ਗਿਆ, ਪਰ ਸੱਚ ਜਾਣਿਓ ਮਹਾਰਾਜ ਤੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੇ ਹੀਰੇ ਮੋਤੀ ਤੇ ਮਹਾਰਾਜ ਨੂੰ ਡੁਲਾ ਨਹੀਂ ਸਕਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋਗੀਆਂ ਨੂੰ ਨਿਰਤੁਰ ਕੀਤਾ। ਤੇ ਮੈਂ ਸੋਚਦਾ ਹੁੰਨਾ ਜੀ, ਅਸੀਂ ਜੇ ਬਾਬੇ ਨਾਨਕ ਦਾ ਇਤਿਹਾਸ ਪੜ੍ਹਿਆ ਹੁੰਦਾ, ਜੇ ਭਾਈ ਗੁਰਦਾਸ ਦੀਆਂ ਵਾਰਾਂ ਅਸੀਂ ਕਦੇ ਪੜ੍ਹੀਆਂ ਹੁੰਦੀਆਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਨਾ, ਤੇ ਅੱਜ 5-5, 10-10, 20-20 ਹਜ਼ਾਰ ਰੁਪਈਏ ਦੇ ਲਾਲਚ ਵਿੱਚ ਭੋਲੇ ਭਾਲੇ ਸਿੱਖ ਬਾਬੇ ਨਾਨਕ ਦੀ ਸਿੱਖੀ ਨੂੰ ਛੱਡ ਦੇਣਾ। ਸਾਡੇ ਅੰਦਰ ਇਹ ਵਿਚਾਰ ਪੈਦਾ ਹੁੰਦਾ ਵੀ ਜਿਹੜੀ ਸਿੱਖੀ ਦੀ ਦਾਤ ਹੈ ਉਹ ਸਭ ਤੋਂ ਕੀਮਤੀ ਹੈ। ਬੜੀਆਂ ਉਦਾਹਰਨਾਂ ਮੈਂ ਫਿਰ ਬੇਨਤੀ ਕਰਾਂ ਜੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੁਨੀਆ ਦੇ ਜਿਹੜੇ ਹੀਰੇ ਮੋਤੀ ਜਵਾਹਰਾਤ ਨੇ ਉਹਨਾਂ ਦਾ ਮੁੱਲ ਪਾਇਆ ਜਾ ਸਕਦਾ ਹੈ। ਸੰਸਾਰ ਦੇ ਉੱਤੇ ਬੜੇ ਬੜੇ ਕੀਮਤੀ ਹੀਰੇ ਨੇ ਜਿਨ੍ਹਾਂ ਦਾ ਮੁੱਲ ਪਾਉਣਾ ਬੜਾ ਔਖਾ, ਪਰ ਅੱਜ ਵੀ ਸੰਸਾਰ ਦੇ ਲੋਕਾਂ ਨੇ ਉਹਨਾਂ ਦੀ ਕੀਮਤ ਪਾ ਦਿੱਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਬਚਨ ਇੰਨੇ ਮਹਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਨਾਂ ਦਾ ਮੁੱਲ ਨਹੀਂ ਪੈ ਸਕਦਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਉਤੋਲ। ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵਾਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਈ। ਮਹਾਰਾਜ ਕਹਿੰਦੇ ਗੁਰ ਸਾਗਰ ਰਤਨੀ ਭਰ ਪੂਰੇ। ਗੁਰੂ ਇੱਕ ਸਰੋਵਰ ਦੇ ਵਾਂਗ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਰਤਨਾਂ ਦੇ ਨਾਲ ਭਰਿਆ ਹੋਇਆ ਹੈ ਜੀ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਮਹਾਰਾਜ ਕਹਿੰਦੇ ਨੇ ਜਿਹੜੇ ਗੁਰਮੁਖ ਸਿੱਖ ਨੇ ਉਹ ਹੰਸ ਬਣ ਕੇ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਬਾਣੀ ਦੇ ਵਿੱਚੋਂ ਨਾਮ ਰੂਪੀ ਰਤਨਾਂ ਨੂੰ ਚੁਗਦੇ ਨੇ। ਹੰਸ ਦੀ ਖੁਰਾਕ ਹੈ ਜੀ ਮੋਤੀ। ਉਹ ਮਾਨ ਸਰੋਵਰ ਤੇ ਬੈਠ ਕੇ ਮੋਤੀਆਂ ਨੂੰ ਚੁਗਦਾ ਹੈ। ਤੇ ਗੁਰੂ ਕੇ ਸਿੱਖ ਦੀ ਖੁਰਾਕ ਹੈ ਅਕਾਲ ਪੁਰਖ ਦੀ ਰੱਬੀ ਬਾਣੀ। ਜਿਵੇਂ ਹੰਸ ਮੋਤੀ ਤੋਂ ਬਿਨਾਂ ਨਹੀਂ ਰਹਿ ਸਕਦਾ, ਸਿੱਖ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਹੰਸ ਬਣ ਕੇ ਗੁਰੂ ਦੇ ਕੋਲ ਬਹਿੰਦੇ ਹਨ, ਨਾਮ ਰੂਪੀ ਮੋਤੀਆਂ ਨੂੰ ਚੁਗਦੇ ਨੇ ਤੇ ਕਦੇ ਵੀ ਦੂਰ ਨਹੀਂ ਜਾਂਦੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਗੁਰੂ ਕੇ ਸਿੱਖ ਜਿਹੜੇ ਨੇ ਨਾਮ ਰੂਪੀ ਚੋਗਾ ਚੁੱਕ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਜਿਵੇਂ ਹੰਸ ਸਰੋਵਰ ਦੇ ਵਿੱਚੋਂ ਆਪਣੀ ਖੁਰਾਕ ਪ੍ਰਾਪਤ ਕਰਦੇ, ਇਸੇ ਤਰ੍ਹਾਂ ਗੁਰੂ ਕਾ ਸਿੱਖ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਪ੍ਰਾਣ ਪਤ ਭਾਵ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਦਾ ਹੈ। ਕਿਆ ਬਗ ਬੱਪੜਾ ਛਪੜੀ ਨਾਏ। ਇਹ ਜਿਹੜੀ ਪੰਕਤੀ ਹੈ ਗੁਰਮੁਖੋ ਇਹਦੇ ਵਿੱਚ ਰਹਾਓ ਸ਼ਬਦ ਆਉਣਾ ਹੈ ਤੇ ਇਹਦਾ ਭਾਵ ਹੈ ਵੀ ਠਹਿਰ ਜਾਓ। ਸਾਰੇ ਸ਼ਬਦ ਦਾ ਤੱਤ ਸਾਰ ਇਸ ਰਹਾਓ ਵਾਲੀ ਪੰਕਤੀ ਦੇ ਵਿੱਚ ਹੈ।
महाराज कहते ने क्या बग बपुड़ा छपड़ी नहाए। ਜਿਹੜਾ ਮਨਮੁਖ ਹੈ, ਜਿਹੜਾ ਬਗਲੇ ਦੇ ਸਮਾਨ ਹੈ, ਉਹ ਛੱਪੜ ਦੇ ਵਿੱਚ ਨਹਾ ਕੇ ਕੀ ਕਰੇਗਾ। ਸਰੋਵਰ ਦੇ ਵਿੱਚ ਸਾਫ਼ ਜਲ ਹੁੰਦਾ ਹੈ, ਪਵਿੱਤਰ ਜਲ ਹੁੰਦਾ ਹੈ, ਤੇ ਛੱਪੜ ਤੋਂ ਮੁਰਾਦ ਹੈ ਨਿੱਕਾ ਜਿਹਾ ਗੰਦੇ ਤੇ ਮੈਲੇ ਪਾਣੀ ਦਾ ਟੋਭਾ। ਹੁਣ ਮਹਾਰਾਜ ਜੀ ਨੇ ਇੱਕ ਪ੍ਰਤੀਕ ਵਰਤਿਆ ਵੀ ਗੁਰੂ ਕੇ ਸਿੱਖਾ ਤੇਰੇ ਸਾਹਮਣੇ ਦੋ ਚੀਜ਼ਾਂ ਨੇ। ਇੱਕ ਹੈ ਤੇਰੇ ਗੁਰੂ ਦੀ ਪਾਵਨ ਬਾਣੀ ਜਿਹੜੀ ਅੰਮ੍ਰਿਤ ਰੂਪੀ ਸਰੋਵਰ ਦੇ ਨਾਲ ਭਰਪੂਰ ਹੈ, ਤੇ ਦੂਸਰੇ ਪਾਸੇ ਨੇ ਨਿੱਕੇ ਨਿੱਕੇ ਗੰਦਗੀ ਵਾਲੇ ਮੈਲ ਨਾਲ ਭਰੇ ਹੋਏ ਪਾਣੀ ਦੇ ਟੋਭੇ। ਫੈਸਲਾ ਕਰੀ ਵੀ ਤੂੰ ਕਿਹੜੇ ਪਾਸੇ ਜਾਣਾ ਹੈ। ਇੱਕ ਮੈਂ ਇੱਥੇ ਹੋਰ ਬੇਨਤੀ ਕਰਾਂ ਜੀ, ਜਿਹੜਾ ਤਲਾਬ ਦਾ ਪਾਣੀ ਹੈ, ਟੋਭੇ ਦਾ ਪਾਣੀ ਹੈ, ਇਹ ਵੀ ਕਦੇ ਸੁੱਕ ਸਕਦਾ ਹੈ, ਕਦੇ ਮੈਲਾ ਹੋ ਸਕਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪਰਥਾਏ ਮਹਾਰਾਜ ਜੀ ਨੇ ਇੱਕ ਬਚਨ ਆਖਿਆ ਵੀ ਇਹ ਬਾਣੀ ਜਿਹੜੀ ਹੈ ਨਾ ਚਸ਼ਮੇ ਦੇ ਪਾਣੀ ਦੇ ਵਾਂਗ ਹੈ। ਚਸ਼ਮੇ ਦਾ ਪਾਣੀ ਕਦੇ ਵੀ ਮੈਲਾ ਨਹੀਂ ਹੁੰਦਾ, ਕਦੇ ਵੀ ਗੰਧਲਾ ਨਹੀਂ ਹੁੰਦਾ। ਬਾਣੀ ਉਚਰੈ ਸਾਧ ਜਨ ਅੰਮਿਓ ਚੱਲੈ ਚਰਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਓਟ ਲੈਣ ਵਾਲਾ ਸਿੱਖ ਜੋ ਚਾਹਵੇ ਉਹਨੂੰ ਗੁਰੂ ਦੇ ਕੋਲੋਂ ਮਿਲ ਸਕਦਾ ਹੈ। ਪਰ ਕਿਆ ਬਗ ਬਪੁੜਾ ਛਪੜੀ ਨਹਾਏ। ਬਗਲਾ ਵਿਚਾਰਾ ਛਪੜੀ ਵਿੱਚ ਜਾ ਕੇ ਨਹਾਵੇਗਾ ਤੇ ਮਹਾਰਾਜ ਕਹਿੰਦੇ ਉਹਨੂੰ ਮਿਲਣਾ ਕੁਝ ਨਹੀਂ। ਉਹ ਗੁਰੂ ਕੇ ਸਿੱਖਾ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਝਾਕਦਾ ਰਹੇਗਾ ਤੇ ਮਿਲਣਾ ਤੈਨੂੰ ਵੀ ਕੁਝ ਨਹੀਂ। ਛੱਪੜ ਦੇ ਵਿੱਚ ਕੋਈ ਨਹਾਵੇ ਤੇ ਇਹ ਸੋਚੇ ਵੀ ਮੇਰੀ ਮੈਲ ਉਤਰ ਜਾਏ, ਮੇਰੀ ਗੰਦਗੀ ਲਹਿ ਜਾਏ, ਤੇ ਮਹਾਰਾਜ ਕਹਿੰਦੇ ਨਹੀਂ ਹੋਣਾ, ਕਿਉਂਕਿ ਉਹਦੇ ਵਿੱਚ ਚਿੱਕੜ ਹੈ, ਗੰਦਗੀ ਹੈ, ਫਿਰ ਮੈਲ ਦੇ ਨਾਲ ਭਰ ਜਾਏਗਾ। ਇੱਕ ਕਬੀਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ, ਉਹ ਕਹਿੰਦੇ ਨਿੱਕੇ ਜਿਹੇ ਟੋਭੇ ਵਿੱਚ ਕੋਈ ਬੰਦਾ ਚੁੱਭੀਆਂ ਮਾਰੇ ਤੇ ਜਦੋਂ ਮਰਜ਼ੀ ਉਹਨੂੰ ਜਾਲ ਪਾ ਕੇ ਫੜਿਆ ਜਾ ਸਕਦਾ ਹੈ, ਪਰ ਜੇ ਕੋਈ ਸਮੁੰਦਰ ਵਿੱਚ ਡੁੱਬੀ ਲਾਉਂਦਾ ਹੈ ਤੇ ਉਹਨੂੰ ਫੜਨਾ ਬੜਾ ਔਖਾ। ਕਬੀਰ ਥੋੜ੍ਹਾ ਜਲ ਮਾਛੁਲੀ ਝੀਵਰ ਮੇਲੇ ਉਹ ਜਾਲ, ਇਹ ਟੋਗ ਨੇ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ। ਸੱਜਣਾ ਜੇ ਨਿੱਕੇ ਨਿੱਕੇ ਟੋਭਿਆਂ ਵਿੱਚ ਨਹਾਵੇਂਗਾ ਤੇ ਜਦੋਂ ਮਰਜ਼ੀ ਜਾਲ ਪਾ ਕੇ ਫੜਿਆ ਜਾਏਗਾ। ਜੇ ਗੁਰੂ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਤੇ ਚੇਤਾ ਰੱਖੀ ਗੁਰੂ ਏਡਾ ਸਮਰੱਥ ਹੈ, ਨਾ ਵਿਕਾਰ ਤੇਰਾ ਕੁਝ ਵਿਗਾੜ ਸਕਣਗੇ ਤੇ ਨਾ ਦੁਨੀਆ ਦੇ ਵਿੱਚ ਵਗਦੀਆਂ ਮਨਮੁਖਤਾ ਦੀਆਂ ਹਨੇਰੀਆਂ ਤੇਰਾ ਕੁਝ ਵਿਗਾੜ ਸਕਣਗੀਆਂ। ਜਿਹੜੇ ਗੁਰੂ ਦੇ ਸਰੋਵਰ ਵਿੱਚ ਟਿਕੇ ਰਹੇ, ਜਿਹੜੇ ਗੁਰੂ ਦੇ ਕੋਲ ਬੈਠੇ ਰਹੇ, ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਕਿਰਦਾਰ ਵੀ ਬੜਾ ਉੱਚਾ ਹੋ ਜਾਂਦਾ ਹੈ। ਤੇ ਜਿਨ੍ਹਾਂ ਨੇ ਗੁਰੂ ਦਾ ਦਰ ਛੱਡ ਦਿੱਤਾ ਉਹ ਗੁਰੂ ਨੂੰ ਛੱਡ ਕੇ ਕੇਵਲ ਖੁਆਰ ਹੁੰਦੇ ਨੇ। ਇੱਕ ਬੜੀ ਪਿਆਰੀ ਉਦਾਹਰਨ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਪ੍ਰਿੰਸੀਪਲ ਗੰਗਾ ਸਿੰਘ ਜੀ ਸਾਡੀ ਕੌਮ ਦੇ ਬੜੇ ਵੱਡੇ ਵਿਦਵਾਨ, ਉਹਨਾਂ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ। ਉਹ ਕਹਿੰਦੇ ਆਮ ਤੌਰ 'ਤੇ ਅਸੀਂ ਆਪਣੇ ਘਰਾਂ ਦੇ ਵਿੱਚ ਨਿੱਕੇ ਨਿੱਕੇ ਰੁੱਖ ਲਾਉਂਦੇ ਹਾਂ ਛਾਂ ਦੇ ਵਾਸਤੇ। ਉਹਨਾਂ ਰੁੱਖਾਂ ਦੇ ਮੁੱਢ ਦੇ ਵਿੱਚ ਕਈ ਵਾਰ ਅਸੀਂ ਕੁਝ ਵੇਲਾਂ ਲਾ ਦਿੰਦੇ ਹਾਂ ਜੀ। ਪਿੰਡਾਂ ਦੇ ਵਿੱਚ ਆਪਾਂ ਸਬਜ਼ੀ ਵਾਲੀਆਂ ਵੇਲਾਂ ਵੀ ਲਾਉਂਦੇ ਹਾਂ, ਜਾਂ ਸਜਾਵਟ ਵਾਸਤੇ ਫੁੱਲਾਂ ਦੀ ਵੇਲ ਵੀ ਅਸੀਂ ਦਰਖਤ ਦੇ ਮੁੱਢ ਦੇ ਕੋਲ ਲਾ ਦਿੱਤੀ। ਵਿਚਾਰ ਨੂੰ ਸਮਝਿਓ। ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਤੁਸੀਂ ਨੋਟ ਕਰਕੇ ਵੇਖਿਓ, ਜਿੰਨੀ ਉਚਾਈ ਵੇਲ ਦੀ ਹੋਵੇਗੀ ਨਾ, ਦਰਖਤ ਦੀ ਹੋਵੇਗੀ, ਵੇਲ ਓਨੀ ਉੱਚੀ ਜਾਵੇਗੀ। ਜੇ ਬੂਟਾ 10 ਫੁੱਟ ਉੱਚਾ ਹੈ ਤੇ ਵੇਲ 10 ਫੁੱਟ ਉੱਚੀ ਜਾਵੇਗੀ, ਉਸ ਤੋਂ ਅੱਗੇ ਨਹੀਂ। ਜੇ ਬੂਟਾ 20 ਫੁੱਟ ਉੱਚਾ ਹੈ ਤੇ ਜਿਹੜੀ ਵੇਲ ਲਾਈ ਹੈ 20 ਫੁੱਟ ਉਚਾਈ ਤੱਕ ਚਲੀ ਜਾਵੇਗੀ। ਮੁੱਕਦੀ ਗੱਲ ਗੁਰਮੁਖੋ ਇਹ ਵੀ ਜਿਹੜੀ ਵੇਲ ਹੈ ਉਹ ਦਰਖਤ ਦੇ ਨਾਲੋਂ ਉੱਚੀ ਨਹੀਂ ਜਾ ਸਕਦੀ। ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਬੈਠੀਏ ਪਾਸ ਵੱਢਣ ਕੇ ਹੋਤ ਵੱਢਣ ਸਿਓ ਮੇਲ, ਸਭੀ ਜਾਣਤ ਕੇ बढ़त ਹੈ ਬਿਰਖ ਬਰਾਬਰ ਬੇਲ। ਜਿਹੜਾ ਸਿੱਖ ਤੇ ਗੁਰੂ ਦੇ ਕੋਲ ਬਹਿਗਾ ਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਉਹ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਏਗਾ
ਤੇ ਜਿਹੜਾ ਗੁਰੂ ਨੂੰ ਛੱਡ ਕੇ ਕਿਤੇ ਸੱਜੇ ਖੱਬੇ ਕਿਸੇ ਪਖੰਡੀ ਦੇ ਕੋਲ ਚਲਾ ਗਿਆ, ਜੈਸਾ ਜੀਵਨ ਕਿਰਦਾਰ ਉਸ ਪਖੰਡੀ ਦਾ ਹੋਵੇਗਾ, ਉਸ ਤੋਂ ਬਾਅਦ ਸਿੱਖ ਨੂੰ ਕੁਝ ਨਹੀਂ ਮਿਲੇਗਾ। ਪ੍ਰਿੰਸੀਪਲ ਸਾਹਿਬ ਨੇ ਇੱਕ ਬੜੀ ਪਿਆਰੀ ਘਟਨਾ ਲਿਖੀ। ਉਹ ਕਹਿੰਦੇ ਅੱਜ ਤੋਂ ਕੁਝ ਲੰਮਾ ਸਮਾਂ ਪਹਿਲਾਂ ਕਾਬਲ ਅਫਗਾਨਿਸਤਾਨ ਦੀ ਧਰਤੀ ਤੇ ਇੱਕ ਬਹੁਤ ਵੱਡਾ ਫੌਜਾਂ ਦਾ ਜਰਨੈਲ ਜਿਹਦਾ ਨਾਂ ਸੀ ਵਜੀਦ ਖਾਨ, ਉਹ ਆਪਣੇ ਲਸ਼ਕਰ ਦੇ ਨਾਲ ਤੁਰਿਆ ਜਾ ਰਿਹਾ ਸੀ। ਰਾਹ ਦੇ ਵਿੱਚ ਉਹਨੂੰ ਇੱਕ ਸੰਨਿਆਸੀਆਂ ਦਾ, ਬੈਰਾਗੀਆਂ ਦਾ ਟੋਲਾ ਮਿਲਿਆ। ਸੋਚਿਆ ਮਹਾਂਪੁਰਸ਼ਾਂ ਨੂੰ ਮੱਥਾ ਹੀ ਟੇਕ ਚੱਲੀਏ। ਮੱਥਾ ਟੇਕਿਆ, ਉਹਨਾਂ ਦੇ ਬਚਨ ਸਰਵਣ ਕੀਤੇ। ਇੰਨਾ ਪ੍ਰਭਾਵਿਤ ਹੋਇਆ ਵੀ ਉਹਨੇ ਆਪਣਾ ਫੌਜੀ ਬਾਣਾ ਉਤਾਰ ਦਿੱਤਾ ਤੇ ਸਾਧੂ ਬਣ ਗਿਆ, ਫਕੀਰ ਬਣ ਗਿਆ। ਜਦੋਂ 5-7 ਦਿਨ ਬਤੀਤ ਹੋਏ ਤੇ ਉਹਨੇ ਕੀ ਵੇਖਿਆ ਵੀ ਜਿਨ੍ਹਾਂ ਦੀ ਮੈਂ ਸੰਗਤ ਕੀਤੀ ਹੈ, ਇਹਨਾਂ ਦੇ ਮਨ ਵਿੱਚ ਤੇ ਮਾਇਆ ਦਾ ਲਾਲਚ ਹੀ ਬਹੁਤ ਹੈ। ਇਹ ਤੇ ਸੋਨੇ ਦੇ ਨਾਲ ਮਾਇਆ ਨਾਲ ਪਿਆਰ ਬੜਾ ਕਰਦੇ ਨੇ। ਸੋਚਿਆ ਮਨਾ, ਸੰਗਤ ਕੀਤੀ ਸੀ ਰੱਬ ਦੇ ਪਿਆਰੇ ਹੋਣਗੇ, ਪਰ ਇਹ ਤੇ ਮੇਰੇ ਨਾਲੋਂ ਵੀ ਜ਼ਿਆਦਾ ਮਾਇਆ ਦੇ ਵਿੱਚ ਗਰਸੇ ਨੇ। ਕੁਝ ਦਿਨ ਬਤੀਤ ਹੋਏ, ਇੱਕ ਡਾਕੂਆਂ ਦਾ ਟੋਲਾ ਆਇਆ। ਡਾਕੂਆਂ ਦੇ ਟੋਲੇ ਨੇ ਭਾਗਾਂ ਵਾਲਿਓ ਉਹਨਾਂ ਫਕੀਰਾਂ ਨੂੰ ਲੁੱਟ ਲਿਆ ਤੇ ਸਾਰੀ ਮਾਇਆ ਹੜੱਪ ਕਰਕੇ ਚਲੇ ਗਏ। ਫਕੀਰਾਂ ਦਾ ਟੋਲਾ ਵਕਤ ਦੇ ਬਾਦਸ਼ਾਹ ਦੇ ਕੋਲ ਗਿਆ, ਜਾ ਕੇ ਫਰਿਆਦ ਕੀਤੀ। ਬਾਦਸ਼ਾਹ ਨੇ ਤਹਿਕੀਕਾਤ ਕਰਨ ਵਾਸਤੇ ਆਪਣੇ ਅਫਸਰ ਭੇਜੇ ਤੇ ਅਫਸਰਾਂ ਨੇ ਸਭ ਤੋਂ ਪਹਿਲਾਂ ਇਕੱਲੇ ਸਾਧੂ ਨੂੰ ਵੱਖੋ ਵੱਖਰਾ ਕਰਕੇ ਪੁੱਛਿਆ ਵੀ ਕਿਸੇ ਨੇ ਭੇਜ ਦਿੱਤਾ ਤਾਂ ਹੀ ਚੋਰੀ ਹੋਈ ਨਾ। ਜਦੋਂ ਇਕੱਲੇ ਬੰਦੇ ਨੂੰ ਪਾਸੇ ਕੀਤਾ ਗਿਆ, ਵਜੀਦ ਖਾਨ ਦੀ ਵਾਰੀ ਆਈ ਤੇ ਜਿਹੜਾ ਪੁੱਛ-ਗਿੱਛ ਕਰਨ ਵਾਲਾ ਸੀ ਉਹਨੇ ਪਹਿਚਾਣ ਲਿਆ। ਉਹ ਕਹਿਣ ਲੱਗਾ ਤੁਸੀਂ ਤੇ ਸਾਡੀਆਂ ਫੌਜਾਂ ਦੇ ਜਰਨੈਲ ਵਜੀਦ ਖਾਨ ਹੋ। ਉਹਨੇ ਸ਼ਰਮਿੰਦਗੀ ਨਾਲ ਸਿਰ ਨਵਾ ਕੇ ਆਖਿਆ ਹਾਂ ਮੈਂ ਵਜੀਦ ਖਾਨ ਹਾਂ। ਉਹਨੇ ਅਗਲਾ ਸਵਾਲ ਕੀਤਾ ਤੂੰ ਇੰਨਾ ਬਲਵਾਨ ਸੈਂ, ਤੇਰੀਆਂ ਬਾਹਾਂ ਦੇ ਵਿੱਚ ਇੰਨੀ ਤਾਕਤ ਸੀ, ਵੱਡੀਆਂ ਫੌਜਾਂ ਦੇ ਮੂੰਹ ਮੋੜ ਦਿਆ ਕਰਦਾ ਸੈਂ, ਅੱਜ 4 ਡਾਕੂ ਆਏ ਤੇ ਤੈਨੂੰ ਲੁੱਟ ਕੇ ਲੈ ਗਏ, ਤੂੰ ਮੁਕਾਬਲਾ ਕਿਉਂ ਨਹੀਂ ਕੀਤਾ? ਤੇ ਜਿਹੜੀ ਗੱਲ ਵਜੀਦ ਖਾਨ ਨੇ ਕਹੀ, ਗੁਰਮੁਖੋ ਕਿਰਪਾ ਕਰਕੇ ਆਪਣੇ ਚੇਤੇ ਵਿੱਚ ਵਸਾ ਕੇ ਜਾਇਓ। ਉਹ ਕਹਿਣ ਲੱਗਾ ਜਬ ਹੁਤੇ ਪੂਤ ਅਫਗਾਨ ਕੇ ਦੇਤੇ ਸਕਤੇ ਮੋੜ, ਅਬ ਸ਼ਰਨ ਗਹੀ ਰਘੁਨਾਥ ਕੀ ਸਕੇ ਨਾ ਤਿਨਕਾ ਤੋੜ। ਜਦੋਂ ਮੈਂ ਬਹਾਦਰਾਂ ਦਾ ਪੁੱਤਰ ਸਾਂ, ਉਦੋਂ ਵੱਡੇ ਜਰਨੈਲਾਂ ਦਾ, ਫੌਜਾਂ ਦਾ ਮੂੰਹ ਮੋੜ ਦਿਆ ਕਰਦਾ ਸਾਂ। ਅੱਜ ਇਹਨਾਂ ਸਾਧੂਆਂ ਦੀ ਟੋਲੀ ਵਿੱਚ ਬਹਿ ਗਿਆ ਤੇ ਮੇਰੇ ਕੋਲ ਤੀਲਾ ਨਹੀਂ ਟੁੱਟਦਾ। ਇਹ ਗੱਲ ਸਾਡੇ ਤੇ ਢੁਕਦੀ ਹੈ ਜੀ। ਜਦੋਂ ਗੁਰੂ ਕਾ ਸਿੱਖ ਗੁਰੂ ਦੇ ਕੋਲ ਬੈਠਾ ਸੀ, ਸਿੱਖ ਦੇ ਜੀਵਨ ਕਿਰਦਾਰ ਨੂੰ ਵੇਖ ਕੇ ਲੋਕ ਸਲਾਮਾਂ ਕਰਿਆ ਕਰਦੇ ਸਨ। ਗੁਰੂ ਕਾ ਸਿੱਖ ਸਤਿਗੁਰੂ ਦੀ ਪਾਵਨ ਬਾਣੀ ਤੋਂ ਅਗਵਾਈ ਲੈ ਕੇ ਆਪਣੇ ਜੀਵਨ ਨੂੰ ਸਵਾਰਦਾ ਤੇ ਸ਼ਿੰਗਾਰਦਾ ਸੀ। ਤੇ ਜਿੱਥੇ ਸਿੱਖ ਲਾਉਂਦਾ ਸੀ, ਗੁਰੂ ਕੇ ਸਿੱਖ ਨੂੰ ਵੇਖ ਕੇ ਲੋਕ ਕਿਹਾ ਕਰਦੇ ਸਨ, ਆਏ ਨੀ ਨਿਹੰਗ ਬੂਆ ਖੋਲਦੇ ਨਿਸੰਗ। ਗੁਰੂ ਕੇ ਸਿੱਖਾਂ ਨੇ ਕਿਤੇ ਸੈਂਕੜਿਆਂ ਦੀ ਭੀੜ ਵਿੱਚ ਇਕੱਲੇ ਖਲੋਤੇ ਹੋਣਾ ਤੇ ਲੋਕਾਂ ਨੇ ਕਹਿਣਾ ਡਰਨ ਦੀ ਲੋੜ ਨਹੀਂ, ਸਰਦਾਰ ਸਾਹਿਬ ਵਿੱਚ ਖਲੋਤੇ ਨੇ। ਤੇ ਅੱਜ ਸਰਦਾਰਾਂ ਦੀਆਂ ਪੱਗਾਂ ਵੀ ਲੋਕ ਲਾਹ ਕੇ ਲੈ ਜਾਂਦੇ ਤੇ ਸਰਦਾਰ ਟੀਵੀ ਤੇ ਤਰਲੇ ਮਾਰਦੇ ਨੇ ਵੀ ਸਾਨੂੰ ਬਚਾ ਲਓ। ਕਿਉਂ ਹੋਇਆ ਜੀ? ਕਿਉਂਕਿ ਗੁਰੂ ਨੂੰ ਛੱਡ ਦਿੱਤਾ, ਗੁਰਬਾਣੀ ਦਾ ਓਟ ਆਸਰਾ ਛੱਡ ਦਿੱਤਾ ਹੈ ਤੇ ਉਹਨਾਂ ਦੇ ਕੋਲ ਬਹਿ ਗਏ ਜਿਹੜੇ ਆਪ ਨਸ਼ੇ ਕਰਨ ਵਾਲੇ, ਜਿਹੜੇ ਆਪ ਬੁਜ਼ਦਿਲ ਤੇ ਡਰਪੋਕ ਨੇ। ਤੇ ਡਰਪੋਕਾਂ ਦੀ ਸੰਗਤ ਕਰਨ ਵਾਲਾ ਬਹਾਦਰ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਕਿਆ ਬਗ ਬਪੜਾ ਛਪੜੀ ਨਹਾਏ, ਬਗਲਾ ਛਪੜੀ ਵਿੱਚ ਨਹਾਵੇਗਾ ਤੇ ਕੀ ਪ੍ਰਾਪਤ ਕਰੇਗਾ? ਕੁਝ ਵੀ ਪ੍ਰਾਪਤ ਨਹੀਂ ਹੋਣਾ। ਕੀਚੜ ਡੂਬੈ ਮੈਲ ਨਾ ਜਾਏ, ਮਹਾਰਾਜ ਕਹਿੰਦੇ ਨੇ ਚਿੱਕੜ ਦੇ ਵਿੱਚ ਡੁੱਬ ਜਾਏਗਾ ਤੇ ਮੈਲ ਕਦੇ ਉਤਰੇਗੀ ਨਹੀਂ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਿਰਪਾ ਕਰਦੇ ਹਨ ਜੀ। ਰਖ ਰਖ ਚਰਨ ਧਰੇ ਵਿਚਾਰੀ। ਸਾਹਿਬ ਕਹਿੰਦੇ ਨੇ ਵੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਸੁਚੇਤ ਹੋ ਕੇ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ। ਜ਼ਿੰਦਗੀ ਜਿਹੜੀ ਹੈ ਨਾ ਗੁਰਮੁਖੋ, ਇਹਦੇ ਵਿੱਚ ਕਦੇ ਵੀ ਬੰਦਾ ਡੋਲ ਸਕਦਾ ਹੈ। ਬਾਬਾ ਕਬੀਰ ਸਾਹਿਬ ਦਾ ਬਚਨ ਆਪੇ ਸਾਰੇ ਪੜ੍ਹਦੇ ਹਾਂ,
कबीर गर्भ ना कीजिए रंक ना हसीए कोई, अज हो सो नाओ समुंदर में क्या जानो क्या होए। जदों किश्ती समुंदर दे विच होवे ਉਹਦੇ ਤੇ ਬਹੁਤਾ ਮਾਣ नहीं किया जा सकता, किसी वेले भी डुब सकती है। बेड़ा बन्ने लग जाए तो आप कह सकते भी ਇਹਦਾ ਮਲਾਹ बड़ा वधिया सी, पर जे बेड़ा अजे समुंदर के विचकार है तो डुब सकता है। एक महाराज का बचन है, कुरीए कुरीए वैंदिया तल गाढ़ा महरीर। कुरीए का भाव जे दरिया का, नदी का कंढा। नदियां दे दरियावां दे कंढियां नूं अक्सर ढाह लगी हुंदी है, तो जदों आपां उन्हां दे किनारे ते तुरदे आ ना जी, सानूं बहुत सुचेत हो के रहना पैंदा भी किते भी पैर तिलक सकदा है, किते भी बंदा दरिया विच डिग सकदा है। महाराज कहंदे कुरीए कुरीए वैंदिया तल गाड़ा बहरेर, वेखें छिटड़ थीम दो जाम किसम दो पेर। सज्जणा जे तेरा पैर तिलक गया ना तो चिकड़ भी पैगा, छिट्टां भी पैणगियां ते डुब जाएगा। जिंदगी विच बंदे नूं सुचेत हो के तुरन दी लोड़ है। कई बार ऐसा होता है सारी जिंदगी चंगे कर्म करने वाले, नेक कर्म करने वाले मनुख जिंदगी दे किसी मुकाम ते हंकार आ गया तो रब नालों टुट गए। जिंदगी फिर दोबारा जिहड़ी है वो गलतान हो जाती है। तो कई बार ऐसा होंदा भी बड़े बड़े मनमुख बिरती वाले मनुख जदों सुचेत हो जाण तो जीवन का पंध सुखाला बन जाता है। महाराज कहंदे जिहड़े गुरमुख जन ने वो जीवन सफ़र दे विच पैर बड़ा सुचेत हो के रखते हैं जी। दुविधा छोड़ भए निरंकारी। दुविधा का भाव है जी दो तरह के ख्याल बंदे दे मन में चलने। आप सारे बहुत पाठ करते हैं, सारे गुरु घर भी आने हैं, पर साडे विचों बहुत टावे होणगे जिन्हां ने सतगुरु जी की नदरे रहमत नूं प्राप्त करके जीवन नूं सवारिया होवे। उहदा कारण गुरमुख केवल इहो है कि साडे अंदर दुविधा बनी रहिंदी है। दो तरह के ख्याल साडे अंदर जन्म लैंदे ने। जिस मनुख ने अपने अंदरों दुविधा नूं खत्म कर दिता, महाराज कहंदे समझ लो वो अकाल पुरख वाहिगुरू दा रूप बन गया। महाराज का शब्द है, जो इस मारे सोई सूरा, जो इस मारे सोई पूरा, जो इस मारे तिस है वडियाई, जो इस मारे तिसका दुख जाई। ऐसा कोई जे दुविधा मार गवावे, इस है मार राज जोग कमावे। बहुत टावे भागां वाले मनुख ने जिहड़े अपने अंदरों दुविधा नूं मुका दिंदे हन जी। मुकत पदारथ हर रस चाखे। महाराज कहंदे ने अकाल पुरख वाहिगुरू दे नाम दे रस नूं चख के गुरु के सिख मुक्ति दे पदार्थ नूं प्राप्त कर लैंदे हन जी। आवन जान रहे गुर राखे। सियाब कहंदे ने जिन्हां दी रखिया गुरु करदा है उन्हां दा आउण दा ते जाण दा गेड़ मुक जांदा है। जन्म मरण तो वो रहत हो जाते हैं। सरवर हंसा छोड़ न जाए। महाराज कहते जिहड़ा हंस है वो सरोवर नूं कदे भी छड्ड के नहीं जाता। प्रेम भगत कर सहज समाए। जिवें हंस सरोवर नूं छड्डदा नहीं, इसी तरह जिहड़ा गुरु का सिख है वो एक बार गुरु दे दर दा मुरीद बन जाए ते भागां वालिओ कदे गुरु का दर छड्डदा नहीं। वो तो एक अरदास करदा है, अब हम चली ठाकुर पहार, जब हम शरण प्रभु की आई, राख प्रभु भावें मार। लोकन की चतुराई उपमा ते बैसंतर जार, कोई भला कहे भावें बुरा कहे, हम तन दियो है टार। ਜਿਹੜਾ एक बार गुरु के चरणों में जुड़ के भरोसे की दात प्राप्त कर गया, महाराज कहते प्रेम करके भगती करके वो सहज अवस्था विच समा जाता है जी। सरवर मह हंस हंस मह सागर। हुण गुरमुखो ध्यान दिओ,
ਸੰਸਾਰ ਦੇ ਵਿੱਚ ਬੇਅੰਤ ਸਰੋਵਰ ਨੇ ਤੇ ਬੇਅੰਤ ਹੰਸ ਵੀ ਹੋਣਗੇ, ਪਰ ਕਦੇ ਐਸਾ ਨਹੀਂ ਹੋਇਆ ਵੀ ਕੋਈ ਹੰਸ ਜਿਹੜਾ ਸਰੋਵਰ ਦੇ ਵਿੱਚ ਲੀਨ ਹੋ ਜਾਏ ਜਾਂ ਹੰਸ ਸਰੋਵਰ ਵਰਗਾ ਬਣ ਜਾਏ ਤੇ ਸਰੋਵਰ ਹੰਸ ਵਰਗਾ ਬਣ ਜਾਏ। ਪਰ ਗੁਰੂ ਸਰੋਵਰ ਦੇ ਵਿੱਚ ਇਹ ਤਾਕਤ ਹੈ, ਇਹ ਵਡਿਆਈ ਹੈ। ਸਿੱਖ ਹੰਸ ਬਣ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਤੇ ਗੁਰੂ ਤੇ ਸਿੱਖ ਜਿਹੜੇ ਨੇ ਇੱਕ ਰੂਪ ਹੋ ਜਾਂਦੇ ਹਨ ਜੀ। ਅਕਥ ਕਥਾ ਗੁਰ ਬਚਨੀ ਆਦਰ। ਜਦੋਂ ਸਿੱਖ ਆਪਣੇ ਗੁਰੂ ਦੀ ਬਾਣੀ ਨੂੰ ਕਮਾ ਕੇ ਗੁਰੂ ਦੇ ਵਿੱਚ ਲੀਨ ਹੋ ਗਿਆ, ਉਸ ਅਵਸਥਾ ਨੂੰ ਮਹਾਰਾਜ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ, ਇੰਨਾ ਕਹਿ ਸਕਦੇ ਹਾਂ ਕਿ ਸਿੱਖ ਜਿਹੜਾ ਹੈ ਗੁਰੂ ਦੇ ਬਚਨਾਂ ਤੇ ਤੁਰ ਕੇ ਸੰਸਾਰ ਦੇ ਵਿੱਚ ਤੇ ਨਿਰੰਕਾਰ ਦੇ ਘਰ ਵਿੱਚ ਮਾਨ ਸਨਮਾਨ ਪ੍ਰਾਪਤ ਕਰਦਾ ਹੈ ਜੀ। ਸੁਨ ਮੰਡਲ ਇੱਕ ਜੋਗੀ ਬੈਸੇ। ਇੱਥੇ ਜੋਗੀ ਦਾ ਭਾਵ ਜੇ ਜੁੜਿਆ ਹੋਇਆ। ਸੁਨ ਮੰਡਲ ਇੱਕ ਐਸੀ ਅਵਸਥਾ ਦਾ ਨਾਂ ਹੈ ਜਿੱਥੇ ਮਨੁੱਖ ਦੇ ਮਨ ਵਿੱਚ ਕੋਈ ਫੁਰਨਾ ਨਹੀਂ ਫੁਰਦਾ। ਮਹਾਰਾਜ ਕਹਿੰਦੇ ਸਿੱਖ ਆਪਣੇ ਗੁਰੂ ਵਿੱਚ ਇੰਨਾ ਲੀਨ ਹੋ ਜਾਏ, ਇਸ ਤਰ੍ਹਾਂ ਦੀ ਅਵਸਥਾ ਬਣ ਜਾਏ ਕਿ ਕਦੇ ਵੀ ਉਹਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਮਾਇਆ ਦਾ ਫੁਰਨਾ ਨਾ ਫੁਰੇ ਜੀ। ਨਾਰ ਨਾ ਪੁਰਖ ਕਹੋ ਕੋ ਕੈਸੇ। ਜਦੋਂ ਮਹਾਰਾਜ ਕਹਿੰਦੇ ਨੇ ਉਹ ਇੱਕ ਅਵਸਥਾ ਵਿੱਚ ਟਿਕ ਜਾਏਗਾ ਨਾ, ਫਿਰ ਉਹਦੇ ਵਿੱਚੋਂ ਇਸਤਰੀ ਤੇ ਮਰਦ ਦੀ ਪਹਿਚਾਣ ਕਰਨੀ ਔਖੀ ਹੋਵੇਗੀ। ਸਤਿਗੁਰੂ ਦੇ ਕਹਿਣ ਦਾ ਭਾਵ ਇਹ ਹੈ ਕਿ ਬੰਦੇ ਦੇ ਅੰਦਰ ਕਾਮ ਦੀ, ਕ੍ਰੋਧ ਦੀ ਬਿਰਤੀ ਜਿਹੜੀ ਹੈ ਉਹ ਮੁਕੰਮਲ ਤੌਰ ਤੇ ਖਤਮ ਹੋ ਜਾਂਦੀ ਹੈ। ਤ੍ਰਿਭਵਨ ਜੋਤ ਰਹੇ ਲਿਵਲਾਈ। ਹਾਂਜੀ, ਪੜ੍ਹਦੇ ਹੋ ਜੀ। ਸੁਰ ਨਰ ਨਾਥ ਸੱਚੇ ਸਰਨਾਈ। ਜਦੋਂ ਮਨੁੱਖ ਦੇ ਮਨ ਵਿੱਚੋਂ ਮਾਇਆ ਦੇ ਫੁਰਨੇ ਬਿਲਕੁਲ ਸ਼ਾਂਤ ਹੋ ਗਏ, ਫਿਰ ਮਹਾਰਾਜ ਕਹਿੰਦੇ ਨੇ ਸਿੱਖ ਨੂੰ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਜਿਵੇਂ ਵੱਡੇ ਵੱਡੇ ਦੇਵੀ ਦੇਵਤੇ, ਵੱਡੇ ਵੱਡੇ ਨਾਥ ਜੋਗੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ, ਇਸੇ ਤਰ੍ਹਾਂ ਸਿੱਖ ਜਿਹੜਾ ਹੈ ਉਹ ਉਸ ਗੁਰੂ ਦੇ ਵਿੱਚ ਅਕਾਲ ਪੁਰਖ ਵਿੱਚ ਸਮਾ ਜਾਂਦਾ ਹੈ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ ਜੀ। ਆਨੰਦ ਮੂਲ ਅਨਾਥ ਆਧਾਰੀ। ਪਰਮਾਤਮਾ ਸਾਹਿਬ ਕਹਿੰਦੇ ਸਾਰੇ ਸੁੱਖਾਂ ਦਾ ਸੋਮਾ ਹੈ, ਮੂਲ ਹੈ, ਨਿਆਸਰਿਆਂ ਦਾ ਆਸਰਾ ਹੈ ਜੀ। ਗੁਰਮੁਖ ਭਗਤ ਸਹਿਜ ਵਿਚਾਰੀ। ਗੁਰਮੁਖ ਜਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਰਾਹੀਂ ਸਹਿਜ ਅਵਸਥਾ ਵਿੱਚ ਟਿਕ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਹਨ ਜੀ। ਭਗਤ ਵਛਲ ਭੈ ਕਾਟਨ ਹਾਰੇ। ਭਗਤ ਵਛਲ ਦਾ ਭਾਵ ਹੈ ਕਿ ਪਰਮਾਤਮਾ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸੁਭਾਅ ਦੇ ਬੇਅੰਤ ਗੁਣ ਨੇ ਤੇ ਇੱਕ ਗੁਣ ਮਹਾਰਾਜ ਕਹਿੰਦੇ ਇਹ ਹੈ ਕਿ ਉਹ ਆਪਣੀ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਤੇ ਉਹਨਾਂ ਦੇ ਸਾਰੇ ਡਰ, ਸਾਰੇ ਭੈ ਦੂਰ ਕਰ ਦਿੰਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਹਉਮੈ ਮਾਰ ਮਿਲੇ ਪਗ ਧਾਰੇ। ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੀਤ ਕਰਨ ਵਾਲੇ ਗੁਰਮੁਖ ਆਪਣੇ ਮਨ ਵਿੱਚੋਂ ਹਉਮੈ ਨੂੰ ਦੂਰ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਟਿਕਦੇ ਹਨ। ਅਨਿਕ ਜਤਨ ਕਰ ਕਾਲ ਸੰਤਾਏ। ਮਹਾਰਾਜ ਕਹਿੰਦੇ ਨੇ ਜਦੋਂ ਅਸੀਂ ਸੰਸਾਰ ਦੇ ਵਿੱਚ ਆਉਂਦੇ ਹਾਂ ਤੇ ਮਾਇਕ ਪਦਾਰਥਾਂ ਦਾ, ਦੁਨੀਆ ਦੇ ਰਸਾਂ ਕਸਾਂ ਦਾ ਝੰਬੇਲਾ ਜਿਹੜਾ ਹੈ ਉਹ ਵਾਰ-ਵਾਰ ਸਾਨੂੰ ਆਤਮਿਕ ਮੌਤੇ ਮਾਰਨ ਵਾਸਤੇ ਮਜਬੂਰ ਕਰਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਇਹ ਜਿਹੜੀ ਆਤਮਿਕ ਮੌਤ ਸਾਡੀ ਵਾਰ-ਵਾਰ ਹੁੰਦੀ ਹੈ, ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬੰਦਾ ਸੰਸਾਰ ਤੇ ਆਉਣ ਤੋਂ ਪਹਿਲਾਂ ਹੀ ਅਕਾਲ ਪੁਰਖ ਦੇ ਦਰ ਤੋਂ ਲਿਖਾ ਕੇ ਲਿਆਉਂਦਾ ਹੈ ਜੀ। ਜਨਮ ਪਦਾਰਥ ਦੁਬਿਧਾ ਖੋਵੈ। ਜਿਹੜਾ ਸਾਨੂੰ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਦੁਬਿਧਾ ਦੇ ਵਿੱਚ ਪੈ ਕੇ ਮਹਾਰਾਜ ਕਹਿੰਦੇ ਮਨਮੁਖ ਇਹ ਸੋਹਣੇ ਜਨਮ ਨੂੰ ਬਰਬਾਦ ਕਰ ਲੈਂਦਾ ਹੈ ਜੀ। ਆਪ ਨਾ ਜੀਨਸ ਭ੍ਰਮ ਭ੍ਰਮ ਰੋਵੈ। ਮਨਮੁਖ ਆਪਣੇ ਆਪ ਦੀ ਖੋਜ ਨਹੀਂ ਕਰਦਾ ਵੀ ਮੈਂ ਕੌਣ ਹਾਂ,
ਮਹਾਰਾਜ ਨੇ ਕਿਹਾ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨਮੁਖ ਆਪਣੇ ਆਪ ਦੀ ਖੋਜ ਨਹੀਂ ਕਰਦਾ ਤੇ ਵਾਰ-ਵਾਰ ਭਰਮਾਂ ਦੇ ਵਿੱਚ ਪੈ ਕੇ, ਕੁਰਾਹੇ ਪੈ ਕੇ ਰੋਂਦਾ ਹੈ ਜੀ। ਕਹਿ ਤੋ ਪੜ ਤੋ ਸੁਣ ਤੋ ਏਕ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ, ਨਾਮ ਨੂੰ ਪੜ੍ਹਦਾ ਹੈ ਤੇ ਨਾਮ ਨੂੰ ਸੁਣਦਾ ਹੈ ਜੀ। ਧੀਰਜ ਧਰਮ ਧਰਨੀ ਤਾਰ ਟੇਕ। ਜਿਹੜਾ ਪ੍ਰਮਾਤਮਾ ਸਾਰੀ ਧਰਤੀ ਦਾ, ਸਾਰੇ ਸੰਸਾਰ ਦਾ ਆਸਰਾ ਹੈ, ਫਿਰ ਉਸ ਵਾਹਿਗੁਰੂ ਦੇ ਕੋਲੋਂ ਮਨੁੱਖ ਨੂੰ ਧੀਰਜ ਮਿਲਦਾ ਹੈ, ਧਰਮ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ। ਜਤ ਸਤ ਸੰਜਮ ਹਿਰਦੈ ਸਮਾਏ। ਉਸ ਮਨੁੱਖ ਦੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਨੇ ਉੱਚਾ ਸੁੱਚਾ ਜੀਵਨ ਆ ਜਾਂਦਾ ਹੈ, ਸਚਾਈ ਆ ਜਾਂਦੀ ਹੈ, ਸੰਜਮ ਆ ਜਾਂਦਾ ਹੈ ਜੀ। ਚੌਥੇ ਪਦ ਕੋ ਜੇ ਮਨ ਪਤੀ ਆਏ। ਜਿਹੜੇ ਮਨੁੱਖ ਦੇ ਮਨ ਵਿੱਚ ਚੌਥੀ ਅਵਸਥਾ ਨੂੰ ਪ੍ਰਾਪਤ ਕਰਨ ਦੀ ਭਾਵਨਾ ਬਣਦੀ ਹੈ। ਮਾਇਆ ਦੇ 3 ਗੁਣ ਨੇ, ਰਜੋ, ਤਮੋ ਤੇ ਸਤੋ। ਜਿਹੜਾ ਇਹਨਾਂ 3 ਗੁਣਾਂ ਤੋਂ ਉੱਤੇ ਉੱਠ ਜਾਂਦਾ ਹੈ, ਉਹਨੂੰ ਮਹਾਰਾਜ ਕਹਿੰਦੇ ਨੇ ਤੁਰਿਆ ਅਵਸਥਾ ਪ੍ਰਾਪਤ ਹੁੰਦੀ ਹੈ ਜੀ। ਸਾਚੇ ਨਿਰਮਲ ਮੈਲ ਨਾ ਲਾਗੈ। ਜਿਹੜੇ ਮਨੁੱਖ ਗੁਰੂ ਸਰੋਵਰ ਦੇ ਵਿੱਚ ਟਿਕਦੇ ਨੇ ਉਹ ਨਿਰਮਲ ਹੋ ਜਾਂਦੇ ਨੇ, ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਪਰਮ ਭਉ ਭਾਗੈ। ਗੁਰੂ ਦੇ ਸ਼ਬਦ ਦੀ ਕਿਰਪਾ ਦੇ ਨਾਲ ਉਹਨਾਂ ਦੇ ਅੰਦਰਲਾ ਭਰਮ ਦੂਰ ਹੋ ਜਾਂਦਾ ਹੈ। ਸੂਰਤ ਮੂਰਤ ਆਦ ਅਨੂਪ। ਜਿਹੜਾ ਪ੍ਰਮਾਤਮਾ ਕਹਿੰਦੇ ਬਹੁਤ ਸੁੰਦਰ ਹੈ, ਜਿਹਦੇ ਸਰੂਪ ਨੂੰ, ਜਿਹਦੀ ਹਸਤੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹੜਾ ਉਪਮਾ ਤੋਂ ਰਹਿਤ ਹੈ ਜੀ। ਨਾਨਕ ਜਾਚੈ ਸਾਚ ਸਰੂਪ। ਮਹਾਰਾਜ ਕਹਿੰਦੇ ਨੇ ਦਾਸ ਨਾਨਕ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਨਾਮ ਦੀ ਜਾਚਨਾ ਤੇਰੇ ਦਰ ਤੋਂ ਕਰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਬਦ ਬਹੁਤ ਲੰਮੇਰਾ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇਸ ਸਾਰੇ ਸ਼ਬਦ ਵਿੱਚ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਜੁੜਨ ਵਾਸਤੇ ਪ੍ਰੇਰਨਾ ਬਖਸ਼ਿਸ਼ ਕੀਤੀ। ਇਹ ਵਿਚਾਰ ਸਾਨੂੰ ਦ੍ਰਿੜ ਕਰਵਾਇਆ ਹੈ, ਬਾਣੀ ਨਾਲ ਜੁੜ ਜਾਈਏ, ਬਾਣੀ ਨੂੰ ਪੜ੍ਹੀਏ, ਬਾਣੀ ਦਾ ਜਾਪ ਕਰੀਏ, ਸਾਡੇ ਹਿਰਦੇ ਦੇ ਵਿੱਚ ਨਾਮ ਰੂਪੀ ਰਤਨਾਂ ਦਾ ਵਾਸਾ ਹੋ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਸਾਰੀ ਸੰਗਤ ਦਾ ਧੰਨਵਾਦ ਹੈ। ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮਾਨਯੋਗ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਕੋਟਾਨ ਕੋਟ ਸ਼ੁਕਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਦੇ ਜਾਪ ਸਰਵਣ ਕਰੀਏ ਜੀ। ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।